ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ ਤੇ ਬਿਰਾਜਮਾਨ, ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਪੰਜਾਂ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ। ਸੋ ਆਓ, ਸਮਾਂ ਹੋਇਆ ਹੈ ਸ਼ਬਦ ਵਿਚਾਰ ਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਭੱਟਾਂ ਦੇ ਸਵਈਏ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨ ਨੇ 22 ਸਵਈਏ ਉਚਾਰਨ ਕੀਤੇ ਹਨ, ਜਿਨ੍ਹਾਂ ਵਿੱਚੋਂ ਆਪ ਜੀ ਨੇ 6 ਸਵਈਆਂ ਦੀ ਵਿਚਾਰ ਕੱਲ੍ਹ ਸਰਵਣ ਕੀਤੀ ਸੀ। ਸੋ ਆਓ, ਇਸ ਤੋਂ ਅੱਗੇ ਹੁਣ ਭੱਟ ਸਾਹਿਬਾਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਅੰਮ੍ਰਿਤਮਈ ਬਚਨ ਉਚਾਰਨ ਕਰ ਰਹੇ ਹਨ। ਸੋ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਸਤ ਸੁਰ ਸੀਲ ਬਲਵੰਤ, ਸਤ ਪਾਏ ਸੰਗਤ ਸਗਨ, ਗੁਰੂ ਮਤ ਨਿਰਵੈਰ ਲੀਣਾ। ਸਤ ਸੂਰਾ ਸੀਲ ਬਲਵੰਤ, ਸਤ ਭਾਏ ਸੰਗਤ ਸਗਨ। ਇੱਥੇ ਵਿਸ਼ਰਾਮ ਲਾਉਣਾ ਹੈ, ਗੁਰੂ ਮਤ ਨਿਰਵੈਰ ਲੀਣਾ। ਸੋ ਭੱਟ ਕੱਲ੍ਹ ਜੀ ਉਚਾਰਨ ਕਰਦੇ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤ ਸੂਰੋ, ਸਤ ਆਪ ਸਤ ਪ੍ਰਤੱਗੀ ਹੋ। ਜੋ ਆਪ ਜੀ ਬਚਨ ਕਰ ਦਿੰਦੇ ਹੋ, ਉਸ ਬਚਨ ਨੂੰ ਆਪ ਜੀ ਪੂਰਨ ਤੌਰ 'ਤੇ ਨਿਭਾਉਂਦੇ ਹੋ। ਸੂਰੋ, ਆਪ ਜੀ ਵੱਡੇ ਸੂਰਮੇ ਹੋ। ਅਥਵਾ ਸਤ ਸੂਰੋ, ਆਪ ਜੀ ਸਤ ਦੇ ਸੂਰਮੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਕਿੱਡੇ ਵੱਡੇ ਸਤਿਗੁਰੂ ਪਾਤਸ਼ਾਹ ਜੀ ਸੂਰਮੇ ਨੇ ਔਰ ਸਤ ਪ੍ਰਤੱਗੀ ਹਨ। ਅਸੀਂ ਜਦੋਂ ਤਵਾਰੀਖ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਜੀ ਕਿਸੇ ਦੇ ਦੁੱਖ ਨੂੰ ਨਹੀਂ ਦੇਖ ਸਕਦੇ। ਸੱਚੇ ਪਾਤਸ਼ਾਹ ਨੇ ਜਿੰਨਾ ਚਿਰ ਰਹੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕਾਲ ਨੂੰ ਨਹੀਂ ਵੜਨ ਦਿੱਤਾ। ਵੱਡੇ ਸੂਰਮੇ ਨੇ, ਸਤ ਪ੍ਰਤੱਗੀ ਹਨ ਧੰਨ ਗੁਰੂ ਅਮਰਦਾਸ ਮਹਾਰਾਜ। ਸੀਲ, ਫਿਰ ਸੀਲ ਸੁਭਾਅ ਵਾਲੇ ਨੇ ਸਤਿਗੁਰੂ ਜੀ ਮਹਾਰਾਜ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਦੋਂ ਆਪ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੁਸ਼ੋਭਿਤ ਸਨ। ਆਪ ਸਭ ਜਾਣਦੇ ਹੋ, ਗੁਰੂ ਅੰਗਦ ਦੇਵ ਜੀ ਦੇ ਪੁੱਤਰ ਬਾਬਾ ਦਾਤੂ ਜੀ ਨੇ ਆ ਕਰਕੇ ਲੱਤ ਦਾ ਪ੍ਰਹਾਰ ਕੀਤਾ ਸੀ ਵੀ ਤੁਸੀਂ ਇੱਥੇ ਕੀ ਪਖੰਡ ਕਰਦੇ ਹੋ। ਇਹ ਗੁਰਿਆਈ ਸਾਡੇ ਪਿਤਾ ਕੋਲ ਸੀ, ਇਹ ਤਾਂ ਸਾਡੀ ਹੈ। ਮਹਾਰਾਜ ਜੀ ਸਿੰਘਾਸਨ ਤੋਂ ਵੀ ਡਿੱਗ ਗਏ ਸਨ। ਉਸੇ ਵੇਲੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਬਾਬਾ ਦਾਤੂ ਜੀ ਦੇ ਚਰਨ ਫੜ ਕੇ ਇਹ ਸ਼ਬਦ ਕਹੇ ਸਨ ਗੁਰੂ ਅਮਰਦਾਸ ਜੀ ਨੇ, ਬਾਬਾ ਦਾਤੂ ਜੀ ਤੁਸੀਂ ਗੁਰੂ ਸਪੁੱਤਰ ਹੋ, ਧੰਨ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਹੋ। ਮੈਂ ਤੁਹਾਡੇ ਸਤਿਕਾਰ ਦੇ ਵਿੱਚ ਖੜਾ ਨਹੀਂ ਹੋਇਆ, ਖਲੋਤਾ ਨਹੀਂ। ਇਹ ਸਰੀਰ ਇਸੇ ਹੀ ਸਜ਼ਾ ਦੇ ਯੋਗ ਸੀ।
ਸੋ ਮੇਰਾ ਸਰੀਰ ਹੁਣ ਬਿਰਧ ਹੋ ਗਿਆ, ਇਹ ਹੱਡੀਆਂ ਦੀ ਮੁੱਠ ਬਣ ਗਿਆ। ਤੁਹਾਡੇ ਚਰਨ ਬੜੇ ਕੋਮਲ ਨੇ, ਲਿਆਓ ਤੁਹਾਡੇ ਚਰਨਾਂ ਨੂੰ ਘੁੱਟ ਦਈਏ, ਮੁੱਠੀ ਚਾਪੀ ਕਰੀਏ। ਇਹਨਾਂ ਕੋਮਲ ਚਰਨਾਂ ਨੂੰ ਸੱਟ ਲੱਗ ਗਈ ਹੋਵੇਗੀ। ਐਸਾ ਸੀਲ ਸੁਭਾਅ ਸੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ। ਭੱਟ ਕਲ ਜੀ ਕਥਨ ਕਰਦੇ ਨੇ, ਸੀਲ ਬਲਵੰਤ। ਗੁਰੂ ਅਮਰਦਾਸ ਮਹਾਰਾਜ ਆਪ ਜੀ ਦਾ ਸੀਲ ਸੁਭਾਅ ਹੈ। ਬਲਵੰਤ ਆਪ ਜੀ ਵੱਡੇ ਬਲ ਵਾਲੇ ਹੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪ ਨੇ ਵਸ ਵਿੱਚ ਕੀਤਾ ਹੋਇਆ ਆਪਣੇ ਬਲ ਦੇ ਨਾਲ, ਐਸੇ ਬਲ ਵਾਲੇ ਵੀ ਇਹਨਾਂ ਸਾਰਿਆਂ ਵਿਕਾਰਾਂ ਨੂੰ ਤੁਸੀਂ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ। ਸਤ ਭਾਏ, ਜੋ ਸਤ ਚੇਤਨ ਆਨੰਦ ਸਰੂਪ ਪਰਮਾਤਮਾ ਹੈ, ਉਹਦੇ ਵਿੱਚ ਆਪ ਜੀ ਭਾਏ ਪ੍ਰੇਮ ਕਰਨ ਵਾਲੇ ਹੋ। ਅਥਵਾ ਸਤ ਭਾਏ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਤ ਭਾਏ ਸੰਗਤ ਸਗਨ। ਨਿਸ਼ਚੈ ਕਰਕੇ ਆਪ ਜੀ ਦੀ ਸੰਗਤ ਬਹੁਤੀ ਹੈ। ਸਗਨ ਤੋਂ ਭਾਵ ਸੰਘਣੀ, ਸੰਘਣੀ ਦਾ ਮਤਲਬ ਬਹੁਤੀ। ਆਪ ਜੀ ਦੀ ਬਹੁਤੀ ਸੰਗਤ ਹੈ, ਭਾਵ ਬਹੁਤੇ ਹੀ ਆਪ ਜੀ ਨੂੰ ਨਮਸਕਾਰਾਂ ਕਰਨ ਵਾਲੇ ਹੈ, ਆਪ ਦੇ ਉਪਦੇਸ਼ ਨੂੰ ਕਮਾਉਣ ਵਾਲੇ ਹੈ, ਆਪ ਜੀ ਦੇ ਚਰਨਾਂ 'ਤੇ ਝੁਕਣ ਵਾਲੇ ਹਨ। ਬਹੁਤੀ ਹੀ ਸੰਗਤ ਆਪ ਜੀ ਨੂੰ ਮੰਨਦੀ ਹੈ, ਸ਼ਰਧਾ ਭਾਵਨਾ ਦੇ ਨਾਲ ਪਰਮੇਸ਼ਰ ਰੂਪ ਕਰਕੇ ਆਪ ਜੀ ਨੂੰ ਜਾਣਦੀ ਹੈ। ਗਰੂ ਮਤ ਨਿਰਵੈਰ ਲੀਣਾ। ਧੰਨ ਗੁਰੂ ਅਮਰਦਾਸ ਮਹਾਰਾਜ ਆਪ ਗੰਭੀਰ ਮਤ ਵਾਲੇ ਹੋ। ਅਥਵਾ ਮਤ ਕਰਕੇ ਆਪ ਜੀ ਗਰੂ ਗੌਰਵਤਾ ਵਾਲੇ ਹੋ। ਨਿਰਵੈਰ ਲੀਣਾ, ਸਦਾ ਹੀ ਆਪ ਜੀ ਨਿਰਵੈਰਤਾਈ ਵਿੱਚ ਲੀਨ ਰਹਿੰਦੇ ਹੋ। ਕਿਸੇ ਦੇ ਨਾਲ ਤੁਹਾਡਾ ਕੋਈ ਵੈਰ ਨਹੀਂ ਹੈ। ਅਥਵਾ ਜੋ ਵੈਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਆਪ ਜੀ ਸਦਾ ਹੀ ਉਹਦੇ ਵਿੱਚ ਲੀਨ ਰਹਿੰਦੇ ਹੋ। ਜਿਸ ਧੀਰਜ ਧੁਰ ਧਵਲ ਤੁਜਾ, ਸੇਤ ਵਿਕੁੰਠ ਵੀਣਾ। ਜਿਸ ਧੀਰਜ ਧੁਰ ਧਵਲ, ਇੱਥੇ ਵਿਸ਼ਰਾਮ ਲਾਉਣਾ ਹੈ। ਤੁਜਾ ਸੇਤ ਬੈਕੁੰਠ ਬੀਣਾ। ਸਤਿਗੁਰੂ ਅਮਰਦਾਸ ਮਹਾਰਾਜ ਜੀ, ਜਿਸ ਆਪ ਜੀ ਨੇ ਧੁਰ ਤੋਂ ਹੀ, ਧੁਰੋਂ ਦਰਗਾਹੋਂ ਜੋ ਧਰਮ ਰੂਪ ਧੌਲ ਬਲਦ ਹੈ, ਉਸ ਨੂੰ ਧੀਰਜ ਦਿੱਤਾ ਹੋਇਆ ਹੈ। ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ। ਧੌਲ ਦਾ ਅਰਥ ਬੈਲ, ਬਲਦ, ਧਰਮ ਰੂਪੀ ਬਲਦ। ਗੁਰੂ ਅਮਰਦਾਸ ਮਹਾਰਾਜ ਆਪ ਜੀ ਨੇ ਧੁਰ ਤੋਂ ਹੀ, ਧੁਰੋਂ ਦਰਗਾਹੋਂ ਧਰਮ ਰੂਪ ਜੋ ਧੌਲ ਹੈ, ਉਸ ਨੂੰ ਧੀਰਜ ਦਿੱਤਾ ਹੋਇਆ ਹੈ। ਤੁਜਾ ਸੇਤ ਬੈਕੁੰਠ ਬੀਣਾ। ਔਰ ਆਪ ਜੀ ਦਾ ਜੋ ਜਸ ਹੁੰਦਾ ਹੈ, ਸੱਚੇ ਪਾਤਸ਼ਾਹ ਇਹੀ ਉਜਲ ਜਸ ਜੋ ਹੁੰਦਾ ਹੈ, ਸੇਤ ਚਿੱਟੀ ਤੁਜਾ ਹੈ। ਇਹੀ ਤੁਜ ਹੈ, ਝੰਡਾ ਹੈ, ਨਿਸ਼ਾਨ ਹੈ। ਆਪ ਦਾ ਉਜਲ ਜਸ ਰੂਪ ਝੰਡਾ ਸਾਰਿਆਂ ਥਾਵਾਂ 'ਤੇ ਫੈਲਿਆ ਹੋਇਆ ਹੈ। ਬੈਕੁੰਠ ਬੀਣਾ, ਔਰ ਆਪ ਜੀ ਦਾ ਅਸਥਾਨ ਬੈਕੁੰਠ ਬੀਣਾ ਬਣਿਆ ਹੋਇਆ ਹੈ। ਅਥਵਾ ਤੁਜਾ ਜੋ ਹੈ, ਜਸ ਦੀ ਤੁਜਾ ਉਜਲ ਚਿੱਟੀ ਬੈਕੁੰਠ ਤੱਕ ਬਣੀ ਹੋਈ ਹੈ। ਸਭ ਥਾਂ 'ਤੇ ਤੁਹਾਡਾ ਜਸ ਹੋ ਰਿਹਾ ਹੈ। ਪਰਸ ਹੈ ਸੰਤ ਪਿਆਰ, ਜਿਹ ਕਰਤਾਰ ਹੈ ਸੰਜੋਗ। ਜਿਸ ਆਪ ਜੀ ਦਾ ਕਰਤਾਰ ਪਰਮੇਸ਼ਰ ਦੇ ਨਾਲ ਸੰਜੋਗ ਸਦਾ ਹੀ ਮਿਲਾਪ ਰਹਿੰਦਾ ਹੈ। ਸੰਤ ਜਨ ਬਹੁਤ ਪਿਆਰ ਦੇ ਨਾਲ ਆਪ ਜੀ ਦੇ ਚਰਨਾਂ ਨੂੰ ਪਰਸਣਾ ਕਰਦੇ ਹੈ। ਪਰਸ ਹੈ ਸੰਤ ਪਿਆਰ, ਜਿਹ ਕਰਤਾਰ ਹੈ ਸੰਜੋਗ। ਅਥਵਾ ਜਿਹੜੇ ਵੀ ਸੰਤ ਜਨ ਪਿਆਰ ਦੇ ਨਾਲ ਤੁਹਾਡੇ ਚਰਨਾਂ ਨੂੰ ਸਪਰਸ਼ ਕਰ ਲੈਂਦੇ ਹੈ, ਉਹਨਾਂ ਦਾ ਕਰਤਾਰ ਦੇ ਨਾਲ ਸੰਜੋਗ ਮਿਲਾਪ ਹੋ ਜਾਂਦਾ ਹੈ। ਆਪ ਜੀ ਐਸੇ ਦਿਆਲੂ ਕਿਰਪਾਲੂ ਹੋ। ਸਤਿਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਸਤਿਗੁਰੂ ਸੇਵ ਸੁਖ ਪਾਇਓ। ਸਤਿਗੁਰੂ ਅਮਰਦਾਸ ਮਹਾਰਾਜ ਆਪ ਜੀ ਨੇ
ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਕੇ ਸਦੀਵੀ ਸੁਖ ਨੂੰ ਪ੍ਰਾਪਤ ਕੀਤਾ ਹੈ। ਵੇਖੋ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਹਰ ਤਰ੍ਹਾਂ ਦੀ ਸੇਵਾ ਕਰਦੇ ਰਹੇ। ਅੰਮ੍ਰਿਤ ਵੇਲੇ ਜਾਣਾ, ਬਿਆਸ ਤੋਂ ਗਾਗਰ ਜਲ ਦੀ ਭਰ ਕੇ ਲਿਆਉਣੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਣਾ, ਫਿਰ ਲੰਗਰ ਦੀ ਸੇਵਾ ਕਰਨੀ, ਦਰਬਾਰ ਦੀ ਸੇਵਾ ਕਰਨੀ, ਤੱਪੜ ਚਾਦਰਾਂ ਝਾੜਨੀਆਂ, ਹਰ ਤਰ੍ਹਾਂ ਦੀ ਸੇਵਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਰਹੇ। ਅਤੇ ਅਖੀਰ ਫਿਰ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਬਖਸ਼ਿਆ, ਵੱਡਾ ਮਾਣ ਬਖਸ਼ਿਆ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਧਰਿਆਂ ਦੀ ਧਿਰ। ਇਸ ਤਰ੍ਹਾਂ 12 ਬਚਨ ਬਖਸ਼ਿਸ਼ ਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਹੇ। ਸੋ ਸਤਿਗੁਰੂ ਸੇਵ ਸੁਖ ਪਾਇਓ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕਰਕੇ ਆਪ ਜੀ ਨੇ ਸਦੀਵੀ ਸੁਖ ਨੂੰ ਪ੍ਰਾਪਤ ਕੀਤਾ ਹੈ। ਅਮਰ ਗੁਰ ਕੀਤੋ ਜੋਗ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭਗਤੀ ਯੋਗ ਔਰ ਗਿਆਨ ਯੋਗ ਦੇ ਆਨੰਦ ਨੂੰ ਮਾਨਣਾ ਕੀਤਾ ਹੈ। ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ ਸਦਾ ਚਾਇ ਮੁਖ ਮਿਸ਼ਟ ਬਾਣੀ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨਾਮ ਨਾਵਣ, ਆਪ ਜੀ ਦਾ ਨਾਮ ਦੇ ਵਿੱਚ ਹੀ ਇਸ਼ਨਾਨ ਹੈ। ਭਾਵ ਆਪ ਜੀ ਨਾਮ ਰੂਪੀ ਜਲ ਦੇ ਵਿੱਚ ਹੀ ਇਸ਼ਨਾਨ ਕਰਦੇ ਹੋ। ਨਾਮ ਰਸ ਖਾਣ, ਔਰ ਨਾਮ ਰਸ ਨੂੰ ਹੀ ਆਪ ਜੀ ਖਾਂਦੇ ਪੀਂਦੇ ਹੋ। ਭਾਵ ਸਦੀਵੀ ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਆਪ ਜੀ ਲੈਂਦੇ ਹੋ। ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ। ਅਤੇ ਪ੍ਰਮਾਤਮਾ ਦੇ ਨਾਮ ਦਾ ਰਸ ਜੋ ਤੁਸੀਂ ਮਾਣਦੇ ਹੋ, ਇਹੀ ਆਪ ਜੀ ਭੋਜਨ ਕਰਦੇ ਹੋ। ਮਹਾਰਾਜ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਸਤਿਗੁਰੂ ਬਹੁਤ ਸਾਦਾ ਭੋਜਨ ਛਕਿਆ ਕਰਦੇ ਸੀ। ਮਹਾਰਾਜ ਜੀ ਅਲੂਣਾ ਹੀ ਓਗਰਾ, ਦਲੀਆ ਥੋੜ੍ਹਾ ਜਿਹਾ ਲਿਆ ਕਰਦੇ ਸਨ। ਨਾਮ ਦਾ ਆਸਰਾ ਸੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ। ਭੱਟ ਸਾਹਿਬਾਨ ਬਚਨ ਕਰਦੇ ਨੇ, ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ। ਨਾਮ ਹੀ ਇਸ਼ਨਾਨ ਹੈ ਆਪ ਜੀ ਦਾ। ਨਾਮ ਦਾ ਰਸ ਹੀ ਆਪ ਜੀ ਖਾਂਦੇ ਹੋ। ਨਾਮ ਰਸ ਹੀ ਆਪ ਜੀ ਦਾ ਭੋਜਨ ਹੈ। ਸਦਾ ਚਾਏ ਮੁਖ ਮਿਸ਼ਟ ਬਾਣੀ, ਔਰ ਮੁਖ ਤੋਂ ਮਿੱਠੀ ਬਾਣੀ ਉਚਾਰਨ ਦਾ ਆਪ ਜੀ ਨੂੰ ਸਦਾ ਹੀ ਚਾਅ ਬਣਿਆ ਰਹਿੰਦਾ, ਉਤਸ਼ਾਹ ਬਣਿਆ ਰਹਿੰਦਾ ਹੈ। ਬੜੇ ਪਿਆਰ ਵਾਲੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਰਸਨਾ ਤੋਂ ਉਚਾਰਦੇ ਹੈ। ਚਾਏ ਤੋਂ ਭਾਵ ਉਤਸ਼ਾਹ, ਹਿਰਦੇ ਵਿੱਚ ਚਾਹ ਹੋਣਾ। ਤੋ ਮੁਖ ਤੋਂ ਮਿੱਠੇ ਉਪਦੇਸ਼ ਰੂਪੀ ਬਚਨ ਉਚਾਰਨ ਦਾ ਸਦਾ ਹੀ ਆਪ ਜੀ ਦੇ ਮਨ ਵਿੱਚ ਚਾਅ ਬਣਿਆ ਰਹਿੰਦਾ ਹੈ। ਧੰਨ ਸਤਿਗੁਰ ਸੇਵਿਓ, ਜਿਸ ਪਸਾਏ ਗਤ ਆਗਮ ਜਾਣੇ। ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਧੰਨਤਾ ਯੋਗ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। ਜਿਸ ਪਸਾਏ ਗਤ ਅਗਮ ਜਾਣੀ। ਜਿਸ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰੂਪੀ ਪਸਾਏ ਦਾਤ ਨੂੰ ਪ੍ਰਾਪਤ ਕਰਕੇ ਅਪਹੁੰਚ ਪਰਮਾਤਮਾ ਦੀ ਗਤ ਅਵਸਥਾ ਨੂੰ ਆਪ ਨੇ ਜਾਣਿਆ, ਅਥਵਾ ਜੋ ਅਗਮ ਮਨ ਦੀ ਗਮਤਾ ਤੋਂ ਪਰੇ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਗਤ ਪ੍ਰਾਪਤ ਕਰਨਾ ਆਪ ਜੀ ਨੇ ਜਾਣਿਆ। ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ 'ਤੇ ਤਰੁੱਠ ਪੈ ਪ੍ਰਸੰਨ ਹੋਏ ਅਤੇ ਅਪਹੁੰਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਆਪ ਜੀ ਨੇ ਜਾਣੀ ਹੈ। ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ। ਕੁਲ ਸੰਬੂਹ ਸਮੁਦਰੇ ਪਾਇਓ ਨਾਮ ਨਿਵਾਸ। ਇਹਨੂੰ ਸਮੁਦਰੇ ਬੋਲਾਂਗੇ ਕਿਉਂਕਿ ਇਹਦੇ ਮੰਮੇ ਨੂੰ ਔਂਕੜ ਹੈ, ਔਰ ਸੰਧੀ ਛੇਦ ਜਦੋਂ ਕਰਾਂਗੇ ਸਮ ਉਧਰੇ ਪਾਠ ਬਣੇਗਾ। ਭਲੀ ਪ੍ਰਕਾਰ ਤਰ ਗਏ, ਸੰਸਾਰ ਤੋਂ ਪਾਰ ਉਤਾਰਾ ਹੋ ਗਿਆ। ਕੁਲ ਸੰਬੂਹ ਸਮੁਦਰੇ ਪਾਇਓ ਨਾਮ ਨਿਵਾਸ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਨਾਮ ਵਿਖੇ, ਵਾਹਿਗੁਰੂ ਦੇ ਨਾਮ ਵਿਖੇ ਨਿਵਾਸ ਪ੍ਰਾਪਤ ਕੀਤਾ ਹੈ, ਜਿਸ ਦੀ ਬਦੌਲਤ, ਜਿਸ ਨਾਮ ਦੀ ਬਰਕਤ ਦੇ ਨਾਲ ਆਪ ਜੀ ਦੀ ਕੁਲ ਦੇ ਸਮੂਹ ਸਾਰੇ ਹੀ ਜੀ ਭਲੀ ਪ੍ਰਕਾਰ ਸੰਸਾਰ ਤੋਂ ਤਰ ਗਏ। ਆਪ ਤਾਂ ਤਰੇ ਹੀ ਤਰੇ ਸੰਸਾਰ ਤੋਂ, ਮਹਾਰਾਜ ਆਪ ਜੀ ਦੀ ਕੁਲ ਦੇ ਸਾਰੇ ਜੀ ਸੰਸਾਰ ਤੋਂ ਤਰ ਗਏ ਹਨ। ਸਕਿਆਥ ਜਨਮ ਕਲ ਉਚਰੈ, ਗੁਰ ਪਰਸਿਓ ਅਮਰ ਪ੍ਰਗਾਸ। ਸਕਿਆਥ ਜਨਮ ਕਲ ਉਚਰੈ, ਭੱਟ ਕਲ ਜੀ ਉਚਾਰਨ ਕਰਦੇ ਹੈ, ਕਥਨ ਕਰਦੇ ਹੈ। ਉਸ ਮਨੁੱਖ ਦਾ ਜਨਮ ਸਫਲਾ ਹੈ, ਉਹਦਾ ਮਨੁੱਖਾ ਜੀਵਨ ਸਫਲ ਹੋ ਗਿਆ। ਪਰਸਿਓ ਗੁਰ ਪਰਸਿਓ ਅਮਰ ਪ੍ਰਗਾਸ, ਜਿਸ ਨੇ ਪ੍ਰਕਾਸ਼ ਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਜਿਸ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਤੇ ਸਿਜਦਾ ਕੀਤਾ, ਮਹਾਰਾਜ ਦੇ ਚਰਨਾਂ ਨੂੰ ਪਰਸਣਾ ਕੀਤਾ ਹੈ, ਉਸ ਦਾ ਮਨੁੱਖਾ ਜਨਮ ਸਫਲ ਹੋ ਗਿਆ। ਬਾਰਜ ਕਰ ਦਾਹਿਣੈ, ਸਿਧ ਸਨਮੁਖ ਮੁਖ ਜੋਵੈ। ਬਾਰਜ ਕਰ ਦਾਹਿਣੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਸੱਜੇ ਹੱਥ ਵਿੱਚ ਬਾਰਜ ਪਦਮ ਹੈ, ਕੰਵਲ ਦਾ ਨਿਸ਼ਾਨ। ਸਿੱਧ ਸਨਮੁਖ ਮੁਖ ਜੋਵੈ, ਔਰ ਸਿੱਧੀਆਂ ਜਿਹੜੀਆਂ 18 ਸਿੱਧੀਆਂ ਨੇ ਇਹ ਸਾਹਮਣੇ ਖਲੋਤੀਆਂ ਹੋਈਆਂ ਆਪ ਜੀ ਦੇ ਮੁਖ ਵੱਲ ਵੇਖਦੀਆਂ ਨੇ। ਮਹਾਰਾਜ ਹੁਕਮ ਕਰਨ, ਪਰ ਸਤਿਗੁਰੂ ਪਾਤਸ਼ਾਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਅੰਗੀਕਾਰ ਨਹੀਂ ਕਰਦੇ। ਅਥਵਾ ਬਾਰਜ ਕਰ ਦਾਹਿਣੈ, ਸਿੱਧ ਸਨਮੁਖ ਮੁਖ ਜੋਵੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਾਹਿਣੇ ਸੱਜੇ ਚਰਨ ਵਿਖੇ ਬਾਰਜ, ਜੋ ਪਦਮ ਦਾ ਨਿਸ਼ਾਨ ਉਸਨੇ ਕਰ ਨਿਵਾਸ ਕੀਤਾ ਹੋਇਆ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਨਹੀਂ ਸੀ ਆਏ, ਆਪ ਗੰਗਾ ਦੀ ਯਾਤਰਾ ਜਾਇਆ ਕਰਦੇ ਸੀ। ਤਵਾਰੀਖ ਤੋਂ ਆਪ ਜਾਣੂ ਹੋ, ਇੱਕ ਵਾਰਾਂ ਰਸਤੇ ਵਿੱਚ ਆਉਂਦਿਆਂ ਸਾਧੂ ਦੇ ਨਾਲ ਮਿਲਾਪ ਹੋਇਆ, ਬਚਨ ਵਿਲਾਸ ਹੁੰਦੇ ਰਹੇ। ਉਸ ਸਾਧੂ ਨੂੰ ਘਰੇ ਲੈ ਆਏ, ਪ੍ਰਸ਼ਾਦਾ ਪਾਣੀ ਛਕਾਇਆ। ਤੋ ਪ੍ਰਸੰਗ ਚੱਲਿਆ ਇਸੇ ਤਰ੍ਹਾਂ। ਉਸ ਸਾਧੂ ਨੇ ਪੁੱਛ ਲਿਆ, ਬਾਬਾ ਅਮਰਦਾਸ ਜੀ ਨੂੰ ਤੁਹਾਡਾ ਗੁਰੂ ਕੌਣ ਹੈ? ਬਾਬਾ ਅਮਰਦਾਸ ਜੀ ਨੇ ਕਿਹਾ, ਮੈਂ ਅਜੇ ਗੁਰੂ ਦੀ ਭਾਲ ਕਰਦਾ ਪਿਆ ਹਾਂ, ਮੈਂ ਅਜੇ ਗੁਰੂ ਨਹੀਂ ਧਾਰਨ ਕੀਤਾ। ਜਦੋਂ ਇਹ ਸ਼ਬਦ ਉਸ ਸਾਧੂ ਨੇ ਸੁਣੇ, ਉਸੇ ਵੇਲੇ ਇਹ ਗੱਲ ਕਹਿੰਦਾ ਹੋਇਆ ਉੱਠ ਕੇ ਤੁਰ ਗਿਆ। ਕਹਿੰਦਾ, ਓਹੋ, ਮੈਂ ਤਾਂ ਨਿਗੁਰੇ ਦਾ ਸੰਗ ਕੀਤਾ, ਨਿਗੁਰੇ ਦੇ ਹੱਥੋਂ ਖਾਧਾ, ਮੇਰਾ ਕੀਤਾ ਹੋਇਆ ਜਪ ਤਪ ਸਾਰਾ ਹੀ ਵਿਅਰਥ ਚਲਿਆ ਗਿਆ। ਬਸ ਉਹ ਬਚਨ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਗੂੰਜਦੇ ਰਹੇ। ਫਿਰ ਆਪ ਜੀ ਸਾਰੇ ਭਲੀ ਪ੍ਰਕਾਰ ਜਾਣਦੇ ਹੋ, ਬੀਬੀ ਅਮਰੋ ਜੀ ਤੋਂ ਆਪ ਜੀ ਨੇ ਬਾਣੀ ਸੁਣੀ, ਕਿਉਂਕਿ ਬੀਬੀ ਅਮਰੋ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੁਪੁੱਤਰੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਭਾਈ ਜੱਸੂ ਦੇ ਨਾਲ ਵਿਆਹੇ ਹੋਏ ਸਨ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੀਬੀ ਅਮਰੋ ਨੇ ਬਾਣੀ ਪੜ੍ਹੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗਹਿ ਨਿਤ ਫਸਹਿ, ਛੂਟਸ ਮੂੜੇ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਬੀਬੀ ਅਮਰੋ ਜੀ ਤੋਂ ਆਪ ਨੇ ਸੁਣਿਆ, ਮਨ ਨੂੰ ਸ਼ਾਂਤੀ ਆਈ। ਫਿਰ ਬੇਨਤੀ ਕੀਤੀ, ਮਹਾਰਾਜ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਇਹ ਸ਼ਬਦ ਤੁਸੀਂ ਪੜ੍ਹੇ ਨੇ, ਕਿਉਂਕਿ ਪੁੱਛਿਆ ਸੀ ਤਵਾਰੀਖ ਬੜੀ ਲੰਮੀ ਹੈ, ਇਹ ਬਾਣੀ ਕਿਸ ਦੀ ਹੈ? ਬੀਬੀ ਅਮਰੋ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਦੀ।
ਹੁਣ ਉਹਨਾਂ ਦੇ ਅਸਥਾਨ 'ਤੇ ਸਤਿਕਾਰਯੋਗ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਸੁਭਾਏਮਾਨ ਹਨ। ਫਿਰ ਬੀਬੀ ਅਮਰੋ ਜੀ ਨੂੰ ਬੇਨਤੀ ਕੀਤੀ। ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਲੈ ਕੇ ਆਏ। ਘਾਲਣਾ ਘਾਲੀ ਸੇਵਾ ਕੀਤੀ ਔਰ ਫਿਰ ਆਪ ਗੁਰਤਾ ਗੱਦੀ ਦੇ ਉੱਤੇ ਸੁਸ਼ੋਭਿਤ ਹੋਏ। ਪਹਿਲਾਂ ਗੰਗਾ ਦੀ ਯਾਤਰਾ ਜਾਂਦੇ ਸੀ। ਸੋ ਇੱਕ ਵਾਰ ਗੰਗਾ ਦੀ ਯਾਤਰਾ ਤੋਂ ਜਦੋਂ ਵਾਪਸ ਪਰਤ ਰਹੇ ਸਨ, ਮੇਹੜੇ ਗ੍ਰਾਮ ਦੇ ਵਿੱਚ ਟਿਕੇ, ਮੇਹੜਾ ਪਿੰਡ ਦਾ ਨਾਮ, ਅਤੇ ਉੱਥੇ ਇੱਕ ਦੁਰਗਾ ਨਾਮੇ ਬ੍ਰਾਹਮਣ ਸੀ। ਜਦੋਂ ਸਤਿਗੁਰੂ ਵਿਸ਼ਰਾਮ ਪਏ ਕਰਦੇ ਸਨ, ਹਜ਼ੂਰ ਦੇ ਚਰਨਾਂ ਦੇ ਵਿੱਚ ਪਦਮ ਦੇ ਨਿਸ਼ਾਨ ਨੂੰ ਤੱਕ ਕੇ ਮਹਾਰਾਜ ਦੇ ਨੇੜੇ ਆਇਆ, ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਨੇ ਪ੍ਰਸੰਨ ਹੋ ਕਰਕੇ ਦੁਰਗਾ ਨਾਮੇ ਬ੍ਰਾਹਮਣ ਨੂੰ ਕਿਹਾ ਸੀ, ਜੋ ਚਾਹੀਦਾ ਹੈ ਦੱਸਣਾ ਕਰ ਮੰਗ ਲੈ। ਅਤੇ ਦੁਰਗਾ ਬ੍ਰਾਹਮਣ ਉਹ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਅੱਜ ਨਹੀਂ, ਜਿਸ ਦਿਨ ਤੁਹਾਨੂੰ ਕੋਈ ਵਡਿਆਈ ਮਿਲੇਗੀ, ਕੋਈ ਚੱਕਰਵਰਤੀ ਆਪ ਪਾਤਸ਼ਾਹ ਬਣੋਗੇ ਜਾਂ ਹੋਰ ਵਡਿਆਈ ਮਿਲੇਗੀ, ਮੈਂ ਉਸ ਦਿਨ ਆਪ ਦੇ ਪਾਸੋਂ ਮੰਗਾਂਗਾ। ਮਹਾਰਾਜ ਕਹਿੰਦੇ ਠੀਕ ਹੈ। ਅਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ, ਆਪ ਗੁਰਿਆਈ 'ਤੇ ਸੁਸ਼ੋਭਿਤ ਹੋਏ, ਉਦੋਂ ਫਿਰ ਦੁਰਗਾ ਨਾਮੇ ਬ੍ਰਾਹਮਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਔਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੋ ਬਚਨ ਕੀਤੇ ਸੀ ਆਪ ਜੀ ਉਹ ਬਚਨ ਨਿਭਾਓ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਐ ਦੁਰਗਾ ਬ੍ਰਾਹਮਣ, ਜਾਂ ਨਾਮ ਚਾਹੀਦਾ, ਜੇ ਨਾਮ ਚਾਹੀਦਾ ਨਾਮ ਮੰਗ ਲੈ, ਅਤੇ ਜਾਂ ਧਨ ਇੱਕ ਚੀਜ਼ ਮਿਲੇਗੀ, ਜਾਂ ਧਨ ਚਾਹੀਦਾ ਦੁਨੀਆ ਦਾ ਜਾਂ ਨਾਮ ਚਾਹੀਦਾ, ਦੱਸ ਕੀ ਚਾਹੀਦਾ ਹੈ। ਅਤੇ ਦੁਰਗਾ ਬ੍ਰਾਹਮਣ ਜਿਹੜਾ ਸੀ ਉਹ ਸੋਚਾਂ ਵਿੱਚ ਪੈ ਗਿਆ ਵੀ ਮੈਂ ਕੀ ਮੰਗਾਂ। ਜੇ ਧਨ ਮੰਗਦਾ ਹਾਂ, ਨਾਮ ਤੋਂ ਵਾਂਝਿਆਂ ਰਹਿ ਕਰਕੇ ਫਿਰ ਜੂਨਾਂ ਦੇ ਵਿੱਚ ਪੈਣਾ ਪਏਗਾ, ਅਤੇ ਜੇ ਨਾਮ ਮੰਗ ਲੈਂਦਾ ਹਾਂ, ਧਨ ਤੋਂ ਬਿਨਾਂ ਫਿਰ ਇੱਥੇ ਦੁਨੀਆ ਵਿੱਚ ਸ਼ੋਭਾ ਨਹੀਂ। ਸੋ ਦੋਨੋਂ ਹੱਥ ਜੋੜ ਕਰਕੇ ਉਹਨੇ ਬੇਨਤੀ ਕੀਤੀ ਸੀ। ਤਵਾਰੀਖ ਦੇ ਬੋਲ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਭਾਈ ਸੰਤੋਖ ਸਿੰਘ ਨੇ ਲਿਖੇ ਹੈ। ਇਹ ਬੇਨਤੀ ਕਰਨ ਲੱਗਾ, ਨਾਮ ਦੇਹੇ ਧਨ ਤੇਹੇ ਨਾ ਜਨ ਕਉ, ਧਨ ਵਿਹੀਨ ਜਨ ਜਗ ਨਾ ਸੁਹਾਏ। ਸੱਚੇ ਪਾਤਸ਼ਾਹ, ਜੇ ਤੁਸੀਂ ਨਾਮ ਦੀ ਦਾਤ ਬਖਸ਼ਦੇ ਹੋ, ਧਨ ਦੌਲਤ ਦੀ ਦਾਤ ਨਹੀਂ ਬਖਸ਼ਦੇ, ਅਤੇ ਧਨ ਤੋਂ ਬਿਨਾਂ ਤੁਹਾਡਾ ਸੇਵਕ ਸ਼ੋਭਾ ਨਹੀਂ ਪਾਉਂਦਾ। ਨਾਮ ਦੇਹੇ ਧਨ ਦੇਹੇ ਨਾ ਜਨ ਕਉ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਧਨ ਦੇਹੇ ਨਾਮ ਨਹਿ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਜੇ ਧਨ ਦੀ ਦਾਤ ਬਖਸ਼ ਦਿੰਦੇ ਹੋ, ਨਾਮ ਦੀ ਦਾਤ ਨਹੀਂ ਬਖਸ਼ਦੇ, ਅਤੇ ਨਾਮ ਤੋਂ ਬਿਨਾਂ ਫਿਰ ਜਮਾਂ ਦੀ ਪੁਰੀ ਵਿੱਚ ਮਹਾਰਾਜ ਜਾਣਾ ਪਏਗਾ। ਤੁਮ ਪਹਿ ਕਹੀ ਨਹੀਂ ਬਨ ਆਵੈ, ਜਿਉ ਭਾਵੈ ਤਿਉ ਬਨਤ ਬਨਾਏ। ਗੁਰ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੱਖ ਚਲਾਏ। ਮਹਾਰਾਜ ਕਿਰਪਾ ਕਰੋ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਨਾਮ ਦੀ ਦਾਤ ਅਤੇ ਧਨ ਦੀ ਦਾਤ ਵੀ ਬਖਸ਼ ਦਿੱਤੀ ਸੀ, ਖੁਸ਼ ਹੋ ਗਿਆ ਸੀ। ਸੋ ਭੱਟ ਸਾਹਿਬਾਨ ਕਥਨ ਕਰਦੇ ਨੇ, ਬਾਰਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ। ਰੱਬੀ ਬਖਸ਼ਿਸ਼ ਦਾ ਜੋ ਨਿਸ਼ਾਨ ਪਦਮ ਹੈ, ਆਪ ਦੇ ਦਾਹਿਣੇ ਸੱਜੇ ਚਰਨ ਦੇ ਵਿਖੇ ਉਸ ਨੇ ਨਿਵਾਸ ਕੀਤਾ ਹੋਇਆ ਹੈ। ਸਿੱਧ ਸਨਮੁਖ ਮੁਖ ਜੋਵੈ, ਔਰ ਸਿੱਧੀਆਂ ਸਾਹਮਣੇ ਹੀ ਆਪ ਜੀ ਦੇ ਮੁਖ ਵੱਲ ਵੇਖਦੀਆਂ ਹਨ। ਰਿਦ ਵਸੈ ਬਾਵਾਂਗ, ਜੋਤੀ ਲੁਕੰਤਰ ਮੋਹੈ। ਰਿਦ ਬਸੈ ਬਾਵਾਂਗ, ਰਿਦ ਅੰਨ ਧਨ ਦੀ ਤੋਟ ਨਾ ਹੋਣੀ। ਸੋ ਜਿਹੜੀਆਂ ਰਿੱਧੀਆਂ ਨੇ ਆਪ ਦੇ ਬਾਵਾਂਗ, ਇਹ ਖੱਬੇ ਪਾਸੇ ਜਿਹੜੀਆਂ ਨੇ ਵਸਦੀਆਂ ਨੇ, ਜਿਹੜੀਆਂ ਤਿੰਨਾਂ ਹੀ ਲੋਕਾਂ ਨੂੰ ਮੋਹ ਲੈਣ ਵਾਲੀਆਂ ਹਨ। ਹਿਰਦੈ ਵਸੈ ਅਕਹਿਓ, ਸੋਏ ਰਸ ਤਿਨਹਿ ਜਾਤੋ। ਹਿਰਦੈ ਬਸੈ ਅਕਹਿਓ, ਸੋਏ ਰਸ ਤਿਨਹਿ ਜਾਤੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰਿੱਧੀਆਂ ਸਿੱਧੀਆਂ ਨੂੰ ਹਿਰਦੇ ਵਿੱਚ ਕੋਈ ਥਾਂ ਨਹੀਂ ਦਿੱਤੀ, ਇਹਨਾਂ ਨੂੰ ਗ੍ਰਹਿਣ ਨਹੀਂ ਕੀਤਾ। ਭੱਟ ਸਾਹਿਬਾਨ ਕਥਨ ਕਰਦੇ ਨੇ, ਹਿਰਦੈ ਬਸੈ ਅਕਹਿਓ। ਅਕਹਿਓ ਦਾ ਅਰਥ ਕਥਨ ਤੋਂ ਰਹਿਤ। ਅਕਥ ਜੋ ਪਰਮੇਸ਼ਰ ਹੈ,
ਅਕਥ ਪਰਮੇਸ਼ਰ ਧੰਨ ਗੁਰੂ ਅਮਰਦਾਸ ਮਹਾਰਾਜ ਆਪ ਜੀ ਦੇ ਹਿਰਦੇ ਦੇ ਵਿੱਚ ਵਸਦਾ ਹੈ। ਸੋਏ ਰਸ ਤਿਨ ਹੀ ਜਾਤੋ, ਉਸੇ ਪਰਮੇਸ਼ਰ ਦੇ ਅਕਥ ਪਰਮੇਸ਼ਰ ਦੇ ਨਾਮ ਰਸ ਨੂੰ ਆਪ ਜੀ ਨੇ ਜਾਣਿਆ ਹੈ। ਮੁਖੋ ਭਗਤ ਉਚਰੈ ਅਮਰ ਗੁਰ ਇਤਰੰਗ ਰਾਤੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਸਦਾ ਹੀ ਭਗਤੀ ਵਾਲੇ ਬਚਨ ਉਚਾਰਨ ਕਰਦੇ ਹੈ। ਮੁਖੋ ਭਗਤ ਉਚਰੈ, ਗੁਰੂ ਅਮਰਦਾਸ ਜੀ ਮੁਖ ਤੋਂ ਭਗਤੀ ਉਚਾਰਨ ਕਰਦੇ ਹੈ। ਅਮਰ ਗੁਰ ਇਤ ਰੰਗ ਰਾਤੋ, ਧੰਨ ਗੁਰੂ ਅਮਰਦਾਸ ਮਹਾਰਾਜ ਇਸ ਰੰਗ ਪ੍ਰੇਮ ਦੇ ਵਿੱਚ ਰਤੇ ਹੋਏ ਨੇ। ਵਾਹਿਗੁਰੂ ਦਾ ਨਾਮ ਜਪਣਾ, ਪ੍ਰੇਮਾ ਭਗਤੀ ਕਰਨੀ, ਭਗਤੀ ਦੇ ਬਚਨ ਉਚਾਰਨ ਕਰਨੇ, ਐਸੇ ਰੰਗ ਦੇ ਵਿੱਚ ਰੰਗੇ ਹੋਏ ਹਨ। ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ। ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰੱਬੀ ਬਖਸ਼ਿਸ਼ ਦਾ ਨਿਸ਼ਾਨ ਹੈ ਆਪ ਜੀ ਦੇ ਮੱਥੇ ਦੇ ਉੱਤੇ, ਅਥਵਾ ਨਿਸ਼ਾਨ ਪ੍ਰਗਟ ਹੀ ਮਸਤਕ ਤੁਸੀਂ ਸਭ ਤੋਂ ਸ਼੍ਰੋਮਣੀ ਹੋ। ਸੱਚੋ ਕਰਮ, ਔਰ ਆਪ ਜੀ ਸੱਚ ਸਰੂਪ ਪਰਮਾਤਮਾ ਦਾ ਰੂਪ ਹੋ, ਕਰਮ ਬਖਸ਼ਿਸ਼ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ। ਸੱਚੋ ਕਰਮ, ਸੱਚੀ ਬਖਸ਼ਿਸ਼ ਕਿਰਪਾ ਕਰਨ ਵਾਲੇ ਹੋ। ਕਲ ਜੋੜ ਕਰ ਧਿਆਇਓ, ਭੱਟ ਕਲ ਜੀ ਕਹਿੰਦੇ ਹਨ ਮੈਂ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਧਿਆਉਣਾ ਕੀਤਾ ਹੈ। ਪਰਸਿਓ ਗੁਰੂ ਸਤਿਗੁਰ ਤਿਲਕ ਸਰ ਵਿੱਚ ਤਿਨ ਪਾਇਓ। ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤਿਲਕ ਤੋਂ ਭਾਵ ਸ਼੍ਰੋਮਣੀ, ਪੂਜਨੀਕ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪ ਜੀ ਨੇ ਪਰਸਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ। ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ ਆਪ ਨੇ ਸੇਵਾ ਕੀਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਗੁਰਿਆਈ ਦਾ ਤਿਲਕ ਬਖਸ਼ਿਆ ਔਰ ਸਤਿਗੁਰੂ ਅੰਗਦ ਦੇਵ ਜੀ ਦੇ ਕੋਲੋਂ ਆਪ ਜੀ ਨੇ ਸਾਰੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਪਾ ਲਈਆਂ। ਅਥਵਾ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ। ਸ਼੍ਰੋਮਣੀ ਪੂਜਨੀਕ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਮਨੁੱਖਾਂ ਨੇ ਆਪ ਜੀ ਨੂੰ ਪਰਸਣਾ ਕੀਤਾ ਹੈ, ਆਪ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਉਹਨਾਂ ਨੇ ਸਾਰੀਆਂ ਹੀ ਇੱਛਾਵਾਂ ਆਪ ਜੀ ਤੋਂ ਪ੍ਰਾਪਤ ਕਰ ਲਈਆਂ ਹਨ। ਚਰਨ ਤਾਂ ਪਰ ਸਖਿਅਥ ਚਰਨ ਗੁਰ ਅਮਰ ਪਵਲ ਰਹਿ। ਸੋ ਇੱਥੋਂ ਤੱਕ ਸਾਧ ਸੰਗਤ ਜਿਹੜੇ 9 ਸਵਈਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਇਹ ਕਲ ਪੱਟ ਦੇ ਉਚਾਰਨ ਕੀਤੇ ਹੋਏ ਨੇ। ਹੁਣ ਅੱਗੇ ਜਿਹੜੇ ਸਵਈਏ ਆਰੰਭ ਹੋ ਰਹੇ ਇਹ ਜਾਲਪ ਪੱਟ ਦੇ ਨੇ, ਫਿਰ ਇੱਕ ਸਵਈਆ ਜਲ ਪੱਟ ਦਾ ਆਵੇਗਾ, ਫਿਰ ਜਾਲਪ ਪੱਟ ਦਾ ਆਵੇਗਾ। ਸੋ ਚਰਨ ਤਾ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ। ਸੋ ਇਸ ਨੂੰ ਪਵਲ ਬੋਲਣਾ ਹੈ। ਭੱਟ ਜਾਲਪ ਜੀ ਕਥਨ ਕਰਦੇ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਕਰਦੇ ਹੈ ਵੀ ਸਤਿਗੁਰੂ ਦੇ ਦਰ 'ਤੇ ਨਤਮਸਤਕ ਹੋਇਆਂ, ਸੇਵਾ ਕੀਤਿਆਂ, ਦਰਸ਼ਨ ਕੀਤਿਆਂ, ਜਸ ਸੁਣਿਆ, ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਅੰਗ ਨੇ, ਇਹ ਸਫਲੇ ਹੋ ਜਾਂਦੇ ਹੈ। ਚਰਨ ਤਾ ਪਰ ਸਕਿਆਥ, ਉਹ ਚਰਨ ਵਿਸ਼ੇਸ਼ ਕਰਕੇ ਸਫਲੇ ਨੇ। ਕਿਹੜੇ ਚਰਨ? ਚਰਨ ਗੁਰ ਅਮਰ ਪਵਲ ਰਹਿ। ਜਿਹੜੇ ਚਰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਸਤੇ ਦੇ ਉੱਤੇ ਪੈਂਦੇ ਹੈ, ਰਸਤੇ 'ਤੇ ਚੱਲਦੇ ਹੈ। ਜਿਹੜਾ ਮਾਰਗ ਪ੍ਰੇਮਾ ਭਗਤੀ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਦਰਸਾਇਆ, ਉਸ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਤੇ ਜਿਹੜੇ ਚਰਨ ਚੱਲਦੇ ਹੈ, ਗੁਰੂ ਦੇ ਦਰ ਉੱਤੇ ਚੱਲ ਕੇ ਜਾਂਦੇ ਹੈ, ਉਹ ਚਰਨ ਭਲੀ ਪ੍ਰਕਾਰ ਸਫਲੇ ਹਨ। ਹੱਥ ਤਾ ਪਰ ਸਖਿਅਥ ਹੱਥ ਲੱਗਹਿ ਗੁਰ ਅਮਰ ਪੈ। ਹੱਥ ਤਾ ਪਰ ਸਕਿਆਥ, ਉਹ ਹੱਥ ਵਿਸ਼ੇਸ਼ ਕਰਕੇ ਭਲੀ ਪ੍ਰਕਾਰ ਸਫਲੇ ਹਨ।
ਹੱਥ ਲੱਗਹਿ ਗੁਰ ਅਮਰ ਪੈ। ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੈ ਤੋਂ ਭਾਵ ਪੈਰੀ ਚਰਨੀ ਲੱਗਦੇ ਹੈ। ਜਿਹੜੇ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਛੂੰਹਦੇ ਹੈ, ਸਪਰਸ਼ ਕਰਦੇ ਹੈ, ਉਹ ਹੱਥ ਚੰਗੀ ਤਰ੍ਹਾਂ ਸਫਲੇ ਹਨ। ਜਿਹੀ ਤਾਂ ਪਰਸਖ ਹੱਥ ਜੀ ਗੁਰ ਅਮਰ ਭਿਣਜੈ। ਉਹ ਜ਼ੁਬਾਨ, ਉਹ ਜੀਭਾ ਵਿਸ਼ੇਸ਼ ਕਰਕੇ ਤਾਂ ਸਫਲੀ ਹੈ ਜੇ ਜ਼ੁਬਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਸ ਨੂੰ ਉਚਾਰਨ ਕਰੇ। ਜੀਹ ਗੁਰ ਅਮਰ ਭਣੀਜੈ। ਜਿਹੜੀ ਜ਼ੁਬਾਨ ਗੁਰੂ ਅਮਰਦਾਸ ਜੀ ਦੇ ਜਸ ਨੂੰ ਉਚਾਰਨ ਕਰਦੀ ਹੈ ਉਹ ਜ਼ੁਬਾਨ ਸਫਲੀ ਹੈ। ਨੈਣ ਤਾਂ ਪਰਸਖ ਹੱਥ ਨੈਣ ਗੁਰ ਅਮਲ ਪਖੀਜੈ। ਗੁਰ ਅਮਰ ਪਖੀਜੈ। ਉਹ ਨੇਤਰ ਚੰਗੀ ਤਰ੍ਹਾਂ ਸਫਲੇ ਹਨ, ਸਕਾਰਥੇ ਹਨ। ਨੈਣ ਗੁਰ ਅਮਰ ਪਖੀਜੈ। ਜਿਹੜੇ ਨੇਤਰ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਵੇਖਦੇ ਹੈ, ਸਤਿਗੁਰੂ ਦੇ ਦਰਸ਼ਨ ਕਰਦੇ ਹੈ, ਉਹ ਨੇਤਰ ਸਫਲ ਹੋ ਜਾਂਦੇ ਹਨ। ਸ਼ਰਵਣ ਤਾਂ ਪਰਸਖ ਹੱਥ ਸ਼ਰਵਣ ਗੁਰ ਅਮਲ ਸੁਣਜੈ। ਸ਼ਰਵਣ ਗੁਰ ਅਮਰ ਸੁਣੀਜੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਭੱਟ ਸਾਹਿਬਾਨ ਰਹਿਮਤ ਕਰਦੇ ਹੈ। ਉਹ ਕੰਨ ਚੰਗੀ ਤਰ੍ਹਾਂ ਸਫਲੇ ਨੇ ਜਿਹੜੇ ਕੰਨ ਗੁਰ ਅਮਰ ਸੁਣੀਜੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ ਸੁਣਦੇ ਹਨ। ਸਖਿਅਤ ਸੋਹੀਓ ਜਿਤ ਹੀ ਵਸੈ ਗੁਰ ਅਮਰਦਾਸ ਨਿਜ ਭਗਤ ਜਗਤ ਪਿਤਾ। ਸਕਿਆਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਭੱਟ ਜਾਲਪ ਜੀ ਕਥਨ ਕਰਦੇ ਉਹ ਹਿਰਦਾ ਸਫਲਾ ਹੈ। ਜਿਤ ਹੀ ਬਸੈ, ਜਿਸ ਹਿਰਦੇ ਵਿੱਚ ਵਸਦੇ ਨੇ ਕੌਣ? ਗੁਰ ਅਮਰਦਾਸ ਨਿਜ ਜਗਤ ਪਿਤ। ਸੋ ਆਪਣੇ ਜਗਤ ਦੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜਿਸ ਹਿਰਦੇ ਦੇ ਵਿੱਚ ਵਸਦੇ ਹਨ ਉਹ ਹਿਰਦਾ ਸਫਲ ਹੈ। ਸਖਿਅਤ ਸੋ ਸਿਰ ਜਲ ਭਣੈ ਜੋ ਨਿਸਿਰ ਨਿਵੈ ਗੁਰ ਅਮਰ ਨਿਤ। ਸਕਿਆਥ, ਸਕਿਆਤ ਦਾ ਅਰਥ ਹੈ ਸਫਲ ਹੈ। ਸੋ ਸਿਰ, ਉਹ ਸਿਰ, ਉਹ ਸੀਸ ਭਲੀ ਪ੍ਰਕਾਰ ਸਫਲਾ ਹੈ। ਭੱਟ ਜਾਲਪ ਜੀ ਕਥਨ ਕਰਦੇ ਜੋ ਸਿਰ ਨਿਵੈ ਗੁਰ ਅਮਰ ਨਿਤ। ਜਿਹੜਾ ਸਿਰ ਨਿਤ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਿਉਂਦਾ ਹੈ, ਸਤਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਸਿਰ ਨਿਤ ਹੀ ਝੁਕਦਾ ਹੈ ਉਹ ਸਿਰ ਸਫਲਾ ਹੈ। ਸਰੀਰ ਦੇ ਸਾਰੇ ਅੰਗ ਸਫਲੇ ਨੇ, ਅੱਖਾਂ ਸਫਲੀਆਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੀਆਂ ਤਾਂ। ਔਰ ਇਸੇ ਤਰ੍ਹਾਂ ਕੰਨ ਸਫਲੇ ਨੇ ਜਿਹੜੇ ਕੰਨ ਗੁਰੂ ਅਮਰਦਾਸ ਜੀ ਦਾ ਜਸ ਸੁਣਦੇ ਹੈ। ਉਹ ਪੈਰ ਸਫਲੇ ਨੇ ਗੁਰੂ ਦੇ ਮਾਰਗ 'ਤੇ ਚੱਲਦੇ ਹੈ। ਹੱਥ ਸਫਲੇ ਨੇ ਸਤਿਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦੇ ਹੈ। ਹਿਰਦਾ ਸਫਲ ਹੈ ਜਿਸ ਹਿਰਦੇ ਵਿੱਚ ਗੁਰੂ ਅਮਰਦਾਸ ਜੀ ਵਸੇ ਨੇ। ਉਹ ਸਿਰ ਸਫਲਾ ਹੈ ਜਿਹੜਾ ਸਿਰ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਉੱਤੇ ਝੁਕਦਾ ਹੈ। ਸੋ ਉਹ ਸਫਲ ਨੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਪੈਂਦੇ ਹੈ। ਸੋ ਇੱਥੋਂ ਤੱਕ 10 ਸਵਈਆਂ ਦੀ ਵਿਚਾਰ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰਾਮਤ ਕਰਨ। ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਨੇ ਹੋਈਆਂ ਭੁੱਲਾਂ ਦੀ ਮੁਆਫੀ ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਨ ਹਾਰ ਬਖਸ਼ ਲੈ ਗੁਰ ਨਾਨਕ ਪਾਰ ਉਤਾਰ। ਸਕਿਆਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।